ਕੈਨੇਡਾ ਦੇ ਰਿਸ਼ਤੇ ਜਿਹੜੇ ਤਣਾਅਪੂਰਨ ਹੋਏ ਪਏ ਨੇ, ਪਰ ਕੁਝ ਲੋਕਾਂ ਦੇ ਵਿੱਚ ਵੀ ਕਾਫੀ ਜਿਹੜਾ ਡਰ ਬੈਠ ਗਿਆ। ਉਸ ਦੇ ਲਈ ਗੱਲਬਾਤ ਕਰਨ ਲਈ ਪਹੁੰਚੇ ਹਾਂ, ਉਹਨਾਂ ਨਾਲ ਗੱਲਬਾਤ ਵੀ ਕਰਾਂਗੇ। ਇਸ ਦੇ ਨਾਲ ਜੇ ਗੱਲ ਕਰੀਏ, ਲੋਕਾਂ ਦੇ ਵਿੱਚ ਕਾਫੀ ਡਰ ਬੈਠ ਗਿਆ ਕਿ ਸਾਡਾ ਵੀਜ਼ਾ ਲੱਗੇਗਾ ਜਾਂ ਨਹੀਂ ਲੱਗੇਗਾ। ਪਰ ਕਈ ਲੋਕ ਜਿਹੜੇ ਉੱਥੋਂ ਦੇ ਸਿਟੀਜ਼ਨ ਨੇ, ਉਹਨਾਂ ਦੇ ਉੱਪਰ ਵੀ ਰੋਕ ਲੱਗ ਗਈ। ਉਸ ਦੇ ਨਾਲ ਜਿਹੜਾ ट्रैवल ਏਜੰਟੀ ਦੇ ਜਿਹੜੇ ਇੰਡਸਟਰੀ ਹੈਗੀ ਉਸ ਦੇ ਉੱਪਰ ਕਿੰਨਾ ਕੁ ਅਸਰ ਪਵੇਗਾ? देखो इनू सानू दो हिस्सों च वेखना है बेसिकली कि असर किन्ना का ते वहम किन्ना का। सो टैक्नीकली अज हर बंदा अपलाई करन लगा सोची जाता, डरी जाता कि पता नहीं वीज़ा आना कि नहीं आना, और एक अजीब जिहा माहौल पैदा हो गया। जिन्हों लोगों के कोल वीज़ाज हैगे भी ने कैनेडा के, वो भी उही डरी जाते कि पता नहीं सानू उत्थे वड़न देना जां इंडियन गवर्नमेंट साडे इत्थों तुरन लग्या दी एंट्री ना बैन कर देन। पर टैक्नीकली जिहड़ा फर्क पिया आ वो सिर्फ उन्हां लोकां नूं पिया आ जिन्हां दे कोल कनेडियन पासपोर्ट्स ने, और कैनेडा पासपोर्ट्स वाले जिन्हां कोल OCI कार्ड्स भी है नहीं आ। सो जिन्हां नूं इंडिया दा वीज़ा लैना पैंदा, सो इंडिया ने अपनियां वीज़ा सेवावां बंद कीतियां ने। सो कैनेडा ने कोई वीज़ा सर्विसेज हाले तक बंद नहीं कीती, और ना ही ਇਹਦੀ ਕੋਈ ਪੋਸੀਬਿਲਿਟੀ ਹੈਗੀ ਕਿ ਵੀਜ਼ਾ ਸਰਵਿਸਿਜ਼ ਬੰਦ ਹੋ ਜਾਣਗੀਆਂ। ਸੋ ਜਿਹੜੇ ਲੋਕ ਇੰਡੀਆ ਆਉਣ ਦੇ ਇੱਛੁਕ ਸੀ ਉਹਨਾਂ ਦਾ ਇਸ ਟਾਈਮ ਨੁਕਸਾਨ ਹੈ, ਬਿਕੋਜ਼ ਉਹ ਹੁਣ ਆਪਣੀ ਮਰਜ਼ੀ ਨਾਲ, ਜਿੱਦਾਂ ਅਸੀਂ ਪਲਾਨ ਕਰਦੇ ਸੀ ਕਿ ਆਪਾਂ ਵਾਪਸ ਮੁੜ ਆਈਏ, ਉਹ ਹੁਣ ਨਹੀਂ ਆ ਸਕਣਗੇ। ਅਫਵਾਹਾਂ ਜਿਸ ਤਰ੍ਹਾਂ ਫੈਲ ਰਹੀਆਂ ਉਸ ਦੇ ਨਾਲ ਲੋਕ ਤੇ ਕਾਫੀ ਡਰੇ ਹੋਏ ਨੇ। हाँ बिल्कुल, ਤਾਂ ਹੀ मैं अफवाह किया है कि असल च किन्ना कुछ फर्क है तो साइकोलॉजिकली किन्ना कुछ फर्क है। सो साइकोलॉजिकली ज़्यादा फर्क पिया होया। टैक्नीकली सिर्फ कैनेडा के सिटीजनस नूं इंडिया का वीज़ा जिहड़ा मिलदा सी ਉਹ ਇੰਡੀਅਨ ਅੰਬੈਸੀ ਉੱਥੇ ਬੰਦ ਕਰ ਦਿੱਤੀ ਗਈ ਆ, ਉਹ ਹੁਣ ਇੰਡੀਆ ਦਾ ਵੀਜ਼ਾ ਨਹੀਂ ਲੈ ਸਕਣਗੇ। ਸੋ ਟੈਕਨੀਕਲੀ ਸਿਰਫ ਉਹਨਾਂ ਨੂੰ ਫਰਕ ਪਿਆ ਹੈ, ਪਰ ਇਹ ਪੂਰੇ ਬਾਜ਼ਾਰ ਦੇ ਉੱਪਰ ਇਹਦਾ ਅਸਰ ਹੈ, ਕਿਉਂਕਿ ਬਹੁਤ ਸਾਰੇ NRIs ਆ ਜਿਹੜੇ ਬਾਹਰੋਂ ਆਉਣਾ ਚਾਹੁੰਦੇ ਸੀ, ਔਰ ਇਹ ਸੀਜ਼ਨ ਵੀ ਉੱਦਾਂ ਦਾ ਆ, ਵਿਆਹ ਸ਼ਾਦੀਆਂ ਵਾਲਾ ਸੀਜ਼ਨ ਆ, ਜਿਹਦੇ ਵਿੱਚ ਕਿ ਭਰ ਕੇ ਸਭ ਨੇ ਆਪਣੇ ਪੂਰੇ ਜਿੰਨੀ ਕੁ ਕਮਾਈ ਕੀਤੀ ਆ ਉਹ ਸਪੈਂਡ ਕਰਨ ਆਪਣੇ ਨਗਰ, ਆਪਣੇ ਪਿੰਡ, ਆਪਣੇ ਸ਼ਹਿਰ ਆਉਣਾ ਸੀ, ਇੰਡੀਆ ਆਉਣਾ ਸੀ। ਔਰ ਇੰਡੀਆ ਆਉਣ ਦਾ ਇੱਕ ਵੱਖਰਾ ਚਾਅ ਆ, ਬਿਕੋਜ਼ ਕੈਨੇਡਾ ਦਾ ਲੋਕਲ ਟੂਰਿਜ਼ਮ ਬਹੁਤ ਲੋ ਆ, ਕਿਉਂਕਿ ਆਪਣੀ ਮਿੱਟੀ ਦੇ ਨਾਲ ਲੋਕ ਜੁੜੇ ਹੁੰਦੇ ਆ, ਵਾਪਸ ਆਉਣਾ ਵੀ ਚਾਹੁੰਦੇ। ਕੈਨੇਡਾ ਦੇ ਵਿੱਚ ਸਵਾਏ ਨਿਆਗਰਾ ਫਾਲਸ ਤੋਂ ਬਹੁਤ ਸਾਰੀਆਂ ਟੂਰਿਜ਼ਮ ਪਲੇਸਿਸ ਨਹੀਂ ਹੈਗਾ। ਕੈਨੇਡਾ ਬਹੁਤ ਵਾਸਟ ਆ, ਬਟ ਉੱਥੋਂ ਦਾ ਲੋਕਲ ਟੂਰਿਜ਼ਮ ਨਹੀਂ ਹੈਗਾ। ਸੋ ਲੋਕ ਜਦੋਂ ਵੀ ਸੈਰ ਸਪਾਟਾ ਸੋਚਦੇ ਨੇ ਉਹ ਆਪਣੇ ਵਤਨਾਂ ਨੂੰ ਮੁੜ ਕੇ ਆਉਂਦੇ ਆ, ਔਰ ਸਾਰੇ ਸਪੈਂਡਿੰਗ ਇੱਥੇ ਆ ਕੇ ਹੁੰਦੀ ਆ। ਸੋ ਉਹਦੇ ਨਾਲ ਇਕੱਲਾ ਉਹਨਾਂ ਨੂੰ, ਸਾਨੂੰ ਲੱਗਦਾ ਕਿ ਇਕੱਲਾ ਸ਼ਾਇਦ ਉਹ ਘਾਟੇ 'ਚ ਨੇ, ਬਟ ਉਹਦੇ ਨਾਲ ਅਸੀਂ ਵੀ ਘਾਟੇ 'ਚ, ਕਿਉਂਕਿ ਜਿਹੜਾ ਪੈਸਾ ਬਾਹਰੋਂ ਇਸ ਟਾਈਮ ਡਰੇਨ ਹੋ ਕੇ ਆਉਣਾ ਸੀ ਉਹਦੇ ਉੱਪਰ ਵੀ ਰੋਕ ਲੱਗ ਗਈ ਆ, ਜਿਹਦੇ ਨਾਲ ਬਹੁਤ ਸਾਰੇ ਕਾਰੋਬਾਰ, ਹੌਸਪਿਟੈਲਿਟੀ ਇੰਡਸਟਰੀ, ਮੈਰਿਜ ਪੈਲੇਸਿਸ, ਵਿਆਹ ਦੇ ਕੰਮਕਾਰ ਨਾਲ ਜੁੜੇ ਜਿੰਨੇ ਵੀ ਤਮਾਮ ਲੋਕ ਜਿਹੜੇ ਡਾਲਰਾਂ ਦੇ ਨਾਲ ਵਿਆਹ ਜ਼ਿਆਦਾ ਚਮਕਦੇ ਸੀ, ਉਹ ਵਿਆਹ ਫਿੱਕੇ ਪੈਣਗੇ। ਔਰ ਕਈਆਂ ਨੂੰ ਲੱਗਦਾ ਕਿ ਸ਼ਾਇਦ, ਬਹੁਤ ਸਾਰੇ ਆਮ ਲੋਕਾਂ ਨੂੰ ਹਾਲੇ ਲੱਗਦਾ ਕਿ ਇਹ ਮਸਲਾ ਬਹੁਤ ਜਲਦੀ ਸੁਲਝ ਜਾਣਾ। ਕਈਆਂ ਨੇ ਆਪਣੇ ਵਿਆਹ ਦੀਆਂ ਤਰੀਕਾਂ ਅੱਗੇ ਕਰ ਲਈਆਂ 2-4 ਮਹੀਨੇ, ਕਿ ਚਲੋ ਜਦੋਂ ਸੁਲਝ ਜੂਗਾ ਉਦੋਂ ਫੈਸਲਾ ਲੈ ਲਾਂਗੇ। ਪਰ ਇਹ ਹੁਣ ਅਹਿਮ ਦੀ ਲੜਾਈ ਜ਼ਿਆਦਾ ਹੋਈ ਪਈ ਆ, ਕਿਉਂਕਿ ਜਿਹੜੇ ਡਿਪਲੋਮੈਟਿਕ ਡਿਸੀਜ਼ਨਸ ਆ ਉਹ ਰਾਤੋਂ ਰਾਤ ਨਹੀਂ ਲਏ ਜਾਂਦੇ। ਜਿਹੜੀਆਂ ਅਸੀਂ ਵੇਖਦੇ ਨਾ ਕਿ ਜਦੋਂ ਵੀ ਕੋਈ ਸਾਡੇ ਜਿਹੜੇ ਪ੍ਰੀਮੀਅਰਸ ਨੇ ਬਾਹਰ ਜਾਂਦੇ ਜਾਂ ਬਾਹਰਲੇ ਲੋਕ ਇੱਥੇ ਆਉਂਦੇ ਆ, ਉਹ ਫਾਈਲਾਂ 'ਤੇ ਸਾਈਨ ਕਰਦੇ ਆ। ਉਹ ਬੇਸਿਕਲੀ ਬਾਈਲੇਟਰਲ ਟਰੀਟੀਜ਼ ਨੇ, ਬਾਈਲੇਟਰਲ ਐਗਰੀਮੈਂਟਸ ਹੁੰਦੇ ਆ ਕਿ ਅਸੀਂ ਇੱਕ ਦੂਜੇ ਨਾਲ ਕਿੱਦਾਂ ਦਾ ਵਤੀਰਾ ਚਾਲੂ ਰੱਖਾਂਗੇ। ਔਰ ਇਹ ਕਿਤੇ ਨਾ ਕਿਤੇ ਸਾਨੂੰ ਲੱਗਦਾ ਕਿ ਸ਼ਾਇਦ ਇਹ ਇੱਕਦਮ ਅਚਾਨਕ ਹੋਇਆ। ਇਹ ਇੰਡੀਅਨ ਗਵਰਨਮੈਂਟ ਦਾ ਰਵੱਈਆ ਥੋੜ੍ਹਾ ਜਿਹਾ ਇਸ ਤੋਂ ਪਹਿਲਾਂ, ਸਮੇਂ ਤੋਂ ਪਹਿਲਾਂ ਚੇਂਜ ਹੋਇਆ ਪਿਆ। ਅਸੀਂ ਵੇਖਿਆ ਟਰੂਡੋ ਸਾਹਿਬ ਲਾਸਟ ਟਾਈਮ ਵੀ ਆਏ ਅਤੇ ਥੋੜ੍ਹਾ ਸਵਾਗਤ ਫਿੱਕਾ ਸੀ। ਔਰ ਇੱਕ ਮਸਰ ਦੀ ਦਾਲ ਸਾਰੀ ਆਲਮੋਸਟ 80% ਜਿਹੜਾ ਇੰਡੀਆ ਇੰਪੋਰਟ ਉਹ ਸਾਰੀ ਕੈਨੇਡਾ ਤੋਂ ਕਰਦਾ ਆ। ਔਰ ਇਸ ਸਾਲ ਦੀ ਜਿਹੜੀ ਸਾਡੀ ਜਿਹੜੀ ਆ ਇੰਪੋਰਟ ਹੈ ਕੈਨੇਡਾ ਤੋਂ, ਉਹ ਆਲਰੇਡੀ ਹਾਫ ਹੋਈ ਪਈ ਆ। ਔਰ ਇਹਦੇ ਬਦਲੇ ਆਸਟ੍ਰੇਲੀਆ ਨੂੰ ਨਾਲ ਨੋਮੀਨੇਟ ਕੀਤਾ ਗਿਆ ਕਿ ਅਗਲੀ ਜਿਹੜੀ ਮਸਰ ਦੀ ਦਾਲ ਆਸਟ੍ਰੇਲੀਆ ਤੋਂ ਆਊਗੀ। ਸੋ ਕਿਤੇ ਨਾ ਕਿਤੇ ਇਹ ਚੀਜ਼ਾਂ ਰਾਤੋਂ ਰਾਤ ਸਹੀ ਹੋਣ ਵਾਲੀਆਂ ਵੀ ਨਹੀਂ ਲੱਗਦੀਆਂ, ਬਿਕੋਜ਼ ਇਹ ਅਗਰ ਇੰਪੈਕਟ ਸਾਨੂੰ ਪਹਿਲਾਂ ਤੋਂ ਦਿਸ ਰਿਹਾ ਆ, ਐਗਜ਼ੀਕਿਊਟ ਹੁਣ ਹੋਇਆ, ਇਹ ਪਤਾ ਨਹੀਂ ਹੁਣ ਕੈਨੇਡਾ ਵਾਲਾ ਮਸਲਾ ਜਿਹੜੇ ਕੈਨੇਡੀਅਨਸ ਨੇ ਇੰਡੀਆ ਦਾ ਵੀਜ਼ਾ ਲੈਣਾ ਸੀ, ਇਹ ਹੋਰ ਕਿੰਨੀ ਕੁ ਦੇਰ ਚੱਲੂਗਾ, ਇਹ ਹਾਲੇ ਸਮਾਂ ਦੱਸੂਗਾ। ਵਪਾਰ ਦੇ ਵਿੱਚ ਵੀ ਤਾਂ ਫਰਕ ਪਿਆ ਹੀ ਹੋਣਾ, ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਡਰ ਬੈਠ ਗਿਆ। ਲੋਕ ਆਉਂਦੇ ਆ, ਤੁਹਾਡੇ ਕੋਲ ਵੀ ਆਉਂਦੇ ਹੋਣਗੇ, ਕਿਤੇ ਨਾ ਕਿਤੇ ਸਵਾਲ ਜ਼ਰੂਰ ਕਰਦੇ ਹੋਣਗੇ ਕਿ ਉੱਥੋਂ ਦਾ ਮਾਹੌਲ ਕਿੱਦਾਂ ਦਾ। ਤੁਹਾਡੀ ਕਿਸੇ ਨਾਲ ਉੱਥੇ ਗੱਲਬਾਤ ਹੋਈ ਵੀ ਕਿਸ ਤਰ੍ਹਾਂ ਦਾ ਮਾਹੌਲ ਉੱਥੇ ਚੱਲ ਰਿਹਾ? ਜਿਸ ਤਰ੍ਹਾਂ ਕਿ ਇੱਥੇ ਅਫਵਾਹਾਂ ਫੈਲ ਰਹੀਆਂ, ਉੱਧਰ ਵੀ ਜ਼ਰੂਰ ਇਸੇ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲਦਾ? ਨਹੀਂ, ਉੱਥੇ ਤਾਂ ਅਸਲ ਦੇ ਵਿੱਚ ਫਰਕ ਹੈ। ਔਰ ਜਿਹੜਾ ਇਹ ਫਰਕ ਹੈ ਬੇਸਿਕਲੀ ਜਿੱਦਾਂ ਸਰਕਾਰਾਂ ਸੋਚਦੀਆਂ ਇਹ ਉੱਦਾਂ ਵੀ ਨਹੀਂ ਚੱਲਣਾ।
ਮਤਲਬ ਅਸੀਂ ਸੋਚਦੇ ਹਾਂ ਕਿ ਸ਼ਾਇਦ ਅੰਬੈਸੀ ਬੰਦ ਹੋ ਗਈ ਤੇ ਸਾਡਾ ਰਿਸ਼ਤਾ ਟੁੱਟ ਜਾਊਗਾ ਕੈਨੇਡਾ ਦੇ ਨਾਲੋਂ। ਇਹ ਪੰਜਾਬ ਤੇ ਪਾਕਿਸਤਾਨ ਨਹੀਂ ਆ, ਇਹ ਇੱਕ ਹਿਸਾਬ ਨਾਲ ਦੋ ਪੰਜਾਬ ਨੇ, ਇੱਕ ਇੱਥੇ ਵਸਦਾ ਔਰ ਇਦਾਂ ਦੀ ਪਾਪੂਲੇਸ਼ਨ ਹੀ ਲਗਭਗ 2% ਕੈਨੇਡਾ 'ਚ ਵਸਦੀ ਆ। ਸੋ ਇਹ ਦੋ ਪੰਜਾਬ ਨੇ ਔਰ ਇਹਨਾਂ ਦਾ ਰਿਸ਼ਤਾ ਏਡੀ ਜਲਦੀ ਆਪਸ ਟੁੱਟਣ ਵਾਲਾ ਨਹੀਂ। ਮਿੰਨੀ ਪੰਜਾਬ ਕਿਹਾ ਜਾਂਦਾ। ਹਾਂ ਬਿਲਕੁਲ, ਕਿਉਂਕਿ ਜਦੋਂ ਪਾਕਿਸਤਾਨ ਦੀ ਵੰਡ ਹੋਈ ਉਦੋਂ ਤਰੀਕਾ ਹੋਰ ਸੀ, ਉਦੋਂ ਤੁਹਾਡੇ ਜਾਣਕਾਰ ਲੋਕ ਵਿਛੜੇ, ਜਾਣਕਾਰ ਲੋਕ ਉਧਰ ਚਲੇ ਗਏ, ਤੁਹਾਡੇ ਆਂਢੀ ਗੁਆਂਢੀ ਕੁਝ ਇੱਧਰ ਆ ਗਿਆ, ਕੋਈ ਉਧਰ ਚਲਾ ਗਿਆ। ਇੱਥੇ ਪਰਿਵਾਰ ਦਾ ਮਸਲਾ ਆ, ਇੱਥੇ ਪੁੱਤਰ ਇੱਥੇ ਆ, ਪਿਓ ਉੱਥੇ ਆ। ਸੋ ਕੈਨੇਡਾ ਦੇ ਹਿਸਾਬ ਨਾਲ ਤੁਸੀਂ ਸੋਚੋਗੇ ਅੱਧਾ ਪਰਿਵਾਰ ਉੱਥੇ ਆ, ਅੱਧਾ ਇੰਡੀਆ ਦੇ ਵਿੱਚ ਆ। ਔਰ ਕੈਨੇਡਾ ਦੇ ਵਿੱਚ ਜਿੰਨੇ ਸਟੂਡੈਂਟ ਜਾਂਦੇ ਨੇ 60% ਇਕੱਲੇ ਪੰਜਾਬ ਤੋਂ ਜਾਂਦੇ ਅਗਰ ਇੰਡੀਆ ਦੀ ਗੱਲ ਕਰੀਏ ਤੇ। ਸੋ ਪੰਜਾਬ ਪੂਰੇ ਦਾ ਪੂਰਾ ਉੱਥੇ ਹੀ ਵਸਣ ਡਿਆ ਔਰ ਏਡੀ ਜਲਦੀ ਰਿਸ਼ਤਾ ਟੁੱਟਣ ਵਾਲਾ ਨਹੀਂ ਹੈ। ਹਾਂ, ਜਿਹੜਾ ਟੈਂਪਰੇਰੀਲੀ ਇੱਕ ਫੇਜ਼ ਆ ਜਿਹਦੇ ਵਿੱਚ ਕਿ ਥੋੜਾ ਬਹੁਤ ਅਨਸਰਟਨਟੀ ਦਾ ਮਾਹੌਲ ਹੈ, ਉਹਨੇ ਜਿਹੜੀਆਂ ਅੱਜ ਦੇ ਬਿਜ਼ਨਸ ਨੂੰ ਜ਼ਰੂਰ ਫਰਕ ਪਾਇਆ ਪਿਆ ਵੀ ਜਿਹੜੇ ਲੋਕ ਜਦੋਂ ਵੀ +2 ਕਰਦੇ ਸੀ ਤੇ ਬੱਚਾ ਭੱਜ ਕੇ ਇਕੱਲਾ ਕੈਨੇਡਾ ਦਾ ਹੀ ਕੁੰਡਾ ਖੜਕਾਉਂਦਾ ਸੀ, ਉਹ ਹੁਣ ਲੋਕ ਇੱਕ ਵਾਰੀ ਸੋਚਣ ਲੱਗ ਗਏ ਨੇ ਵੀ ਕੈਨੇਡਾ ਨੂੰ ਹੁਣ ਫਸਟ ਪ੍ਰਾਇੋਰਟੀ ਰੱਖੀਏ ਜਾਂ ਨਾ ਰੱਖੀਏ। ਸੋ ਇੰਪੈਕਟ ਤੇ ਪੈ ਰਿਹਾ ਚੀਜ਼ਾਂ ਦਾ। ਬਿਲਕੁਲ, ਕੁਝ ਇਹੋ ਜਿਹੇ ਪਰਿਵਾਰਾਂ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਦੇ ਬੱਚੇ ਉੱਥੇ ਪੜ੍ਹਨ ਲਈ ਗਏ, ਉਹਨਾਂ ਦੇ ਮਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਡਰ ਬੈਠ ਗਿਆ ਵੀ ਕਿਸ ਤਰ੍ਹਾਂ ਦਾ ਮਾਹੌਲ ਅੱਗੇ ਬਣੇਗਾ ਜਾਂ ਕਿਸ ਤਰ੍ਹਾਂ ਦਾ ਹੋਵੇਗਾ। ਜੇ ਤੁਹਾਡੇ ਕੋਲ ਗੱਲ ਕਰੀਏ ਆਪਾਂ, ਜਦੋਂ ਸਟੂਡੈਂਟ ਆਉਂਦੇ ਨੇ ਤੇ ਕੀ ਸਵਾਲ ਤੁਹਾਡੇ ਨਾਲ ਖੜੇ ਕੀਤੇ ਜਾਂਦੇ, ਤੁਹਾਡੇ ਅੱਗੇ ਖੜੇ ਕੀਤੇ? ਕੈਨੇਡਾ ਨੂੰ ਲੈ ਕੇ ਥੋੜੀ ਬਹੁਤ ਅਨਸਰਟਨਟੀ ਤੇ ਜ਼ਰੂਰ ਗਰੋ ਹੋਈ ਆ, ਬਿਕੋਜ਼ ਮੈਂ ਦੱਸਿਆ ਨਾ ਕਿ ਅੱਗੇ ਪਹਿਲੀ ਪਸੰਦ ਬਾਈ ਡਿਫਾਲਟ ਕੈਨੇਡਾ ਸੀ। ਸਾਨੂੰ ਸਟੂਡੈਂਟ ਅਗਰ ਆ ਰਿਹਾ, ਕੋਈ ਕਿਸੇ ਨੇ ਬਾਹਰ ਜਾਣਾ ਆ ਤੇ ਪੁੱਛਣਾ ਬਹੁਤ ਘੱਟ ਪੈਂਦਾ ਸੀ ਕਿ ਕਿਹੜੇ ਮੁਲਕ ਜਾਣਾ। ਸੋ ਮਤਲਬ ਕੈਨੇਡਾ ਦਾ ਦੱਸਣਾ ਸ਼ੁਰੂ ਕਰ ਦਿਓ ਤੇ ਉੱਥੇ ਕੰਮ ਨਿਬੜ ਜਾਂਦਾ ਸੀ। ਔਰ ਦੱਸਣਾ ਵੀ ਬਾਹਲਾ ਨਹੀਂ ਪੈਂਦਾ ਸੀ ਬਿਕੋਜ਼ ਬੱਚਿਆਂ ਨੂੰ ਇੰਨੀਆਂ ਕੁ ਜਾਣਕਾਰੀਆਂ ਹੁਣ ਸ਼ੁਰੂ ਤੋਂ ਹੈਗੀਆਂ ਵੀ ਕਿੱਥੇ ਜਾਣਾ, ਕਿਹੜੇ ਕਾਲਜ ਜਾਣਾ, ਕਿਹੜੇ ਪ੍ਰੋਗਰਾਮ ਜਾਣਾ। ਮੈਨੂੰ 24 ਸਾਲ ਹੋ ਗਏ ਇਸ ਟ੍ਰੇਡ ਦੇ ਵਿੱਚ। ਅਸੀਂ ਪਹਿਲਾਂ ਮੁਲਕ ਦੀ ਤਾਰੀਫ ਕਰਦੇ ਸੀ, ਉੱਥੇ ਸੈਟਲਮੈਂਟ ਦੇ ਪ੍ਰੋਗਰਾਮ ਦੱਸਦੇ ਸੀ, ਫਿਰ ਉਹਦੀਆਂ ਓਪਰਚੁਨਿਟੀਜ਼ ਦੱਸੀ ਦੀਆਂ ਸੀ, ਐਜੂਕੇਸ਼ਨ ਦੇ ਕੋਰ ਸਬਜੈਕਟਸ ਬਾਰੇ ਗੱਲ ਕਰੀਦੀ ਸੀ। ਹੁਣ ਅਸੀਂ ਇੰਨੇ ਕੁ ਗਾਂਹ ਨਿਕਲ ਗਏ ਕੈਨੇਡਾ ਦੇ ਮਾਮਲੇ 'ਚ, ਕਿਸੇ ਚੀਜ਼ ਦਾ ਬੱਚੇ ਨੂੰ ਸਮਝਾਉਣਾ ਨਹੀਂ ਪੈਂਦਾ। ਬੱਚਿਆਂ ਨੂੰ ਆਲਰੇਡੀ ਪਹਿਲਾਂ ਤੋਂ ਪਤਾ ਆ, ਰਿਸਰਚ ਦੇ ਨਾਲ ਨਾਲ, ਕਿਉਂਕਿ ਸਭ ਦੇ ਟੱਬਰ ਉੱਥੇ ਨੇ, ਹਰ ਇਹਦੇ ਘਰ ਦਾ ਕੋਈ ਨਾ ਕੋਈ ਜੀ ਆਲਰੇਡੀ ਉੱਥੇ ਆ। ਸੋ ਬਹੁਤ ਸਾਰੀਆਂ ਜਾਣਕਾਰੀਆਂ ਉਹਨਾਂ ਨੂੰ ਪਹਿਲਾਂ ਤੋਂ ਪਤਾ ਆ। ਸੋ ਥੋੜੀ ਅਨਸਰਟਨਟੀ ਗਰੋ ਹੋ ਗਈ ਕਿ ਪਤਾ ਨਹੀਂ ਕੱਲ੍ਹ ਕੀ ਹੋਣਾ ਆ। ਸੋ ਉਹਦਾ ਕਰਕੇ ਜਿਹੜਾ ਆ ਥੋੜਾ ਜਿਹਾ ਬੇਚੈਨੀ ਵਾਲਾ ਮਾਹੌਲ ਜ਼ਰੂਰ ਪੈਦਾ ਹੋਇਆ ਪਿਆ, ਬਟ ਉਂਝ ਇਹਦੇ ਉੱਪਰ ਅਸਰ ਕੋਈ ਨਹੀਂ ਆ। ਸੋ ਵੀਜ਼ਿਆਂ ਦੀ ਗਿਣਤੀ ਕੈਨੇਡਾ ਨੇ ਦੁੱਗਣੀ ਕੀਤੀ ਆ। ਪਿਛਲੇ ਸਾਲ 4.5 ਲੱਖ ਵੀਜ਼ਾਸ ਦਾ ਕੋਟਾ ਸੀ, ਇਸ ਸਾਲ 9 ਲੱਖ ਸਟੂਡੈਂਟ ਦਾ ਕੋਟਾ ਆ। ਸੋ ਕੈਨੇਡਾ ਦੇ ਵਿੱਚ ਜਿਹੜੇ ਸਟੂਡੈਂਟਸ ਦੀ ਗਿਣਤੀ ਜਾਂ ਸਟੂਡੈਂਟ ਦੀ ਰਿਕੁਆਇਰਮੈਂਟ ਆ ਉਹ ਵਧੀ ਜਾਣੀ ਆ, ਉਹ ਘਟਣੀ ਨਹੀਂ ਆ। ਕਿਉਂਕਿ ਕੈਨੇਡਾ ਇਕੱਲੇ ਸਟੂਡੈਂਟ ਦੇ ਨਾਲ ਹੀ ਗਰੋ ਹੋ ਰਿਹਾ। ਸਟੂਡੈਂਟ ਇੱਕ ਪੰਡ ਭਰ ਕੇ ਰੁਪਈਆਂ ਦੀ ਲੈ ਕੇ ਜਾਂਦਾ, ਇਹ ਕੈਨੇਡਾ ਦੀ ਇਕੋਨਮੀ 'ਚ ਜਾਂਦਾ ਹੈ। ਦੂਸਰਾ, ਇੱਕ 18 ਸਾਲ ਦਾ ਬੱਚਾ, ਉਹਨੂੰ ਆਪਣੇ ਕਲਚਰ 'ਚ ਢਾਲਣਾ ਬਹੁਤ ਸੌਖਾ ਆ। ਕੈਨੇਡਾ ਦਾ ਬਹੁਤ ਸਿੰਪਲ ਜਿਹਾ ਫਾਰਮੂਲਾ ਆ, ਉਹਨੂੰ ਅਸੀਂ ਕਹਿੰਦੇ ਹਾਂ 12/6/18। 12 ਪੜ੍ਹਿਆ, 6 ਬੈਂਡ, 18 ਸਾਲ ਦਾ ਸਟੂਡੈਂਟ। ਕੈਨੇਡਾ ਇੱਦਾਂ ਪਿਕ ਕਰਦਾ ਆ, ਕੋਈ ਹੋਰ ਪੈਰਾਮੀਟਰਸ ਨਹੀਂ ਵੇਖੇ ਜਾਂਦੇ। ਸੋ ਜਿਹੜਾ ਯੰਗ ਬੱਚਾ ਆ ਉਹਨੂੰ ਕੈਨੇਡੀਅਨ ਵੈਲਿਊਜ਼ ਵਿੱਚ ਢਾਲਣਾ ਬਹੁਤ ਸੌਖਾ ਆ। ਔਰ ਇਸ ਕਰਕੇ ਕੈਨੇਡਾ ਦੀ ਉਹਦੇ ਨਾਲ ਪਾਪੂਲੇਸ਼ਨ ਵੀ ਗਰੋ ਹੋ ਰਹੀ ਹੈ, ਇਕੋਨਮੀ ਵੀ ਗਰੋ ਹੋ ਰਹੀ ਹੈ। ਔਰ ਇਹ ਇਕੱਲਾ ਕੈਨੇਡਾ ਦਾ ਫਾਇਦਾ ਨਹੀਂ, ਸਾਡਾ ਵੀ ਫਾਇਦਾ ਆ, ਕਿਉਂਕਿ ਇਹ ਸਾਡੇ ਲਈ ਵੀ ਵਿਨ ਵਿਨ ਸਿਚੁਏਸ਼ਨ ਆ। ਉਹ ਇਸ ਤਰੀਕੇ ਨਾਲ ਕਿ ਸਾਡੇ 18 ਸਾਲ ਦੇ ਬੱਚੇ ਦੀ ਜੇਬ ਵਿੱਚ ਮਾਨ ਸਨਮਾਨ ਕਮਾਇਆ ਹੋਇਆ ਰੁਪਈਆ ਪੈ ਜਾਂਦਾ ਆ। ਸਾਡੇ ਇਸ ਸਮਾਜ ਦੇ ਵਿੱਚ 18 ਸਾਲ ਦੀ ਜੇਬ ਦੇ ਵਿੱਚ ਮਾਨ ਸਨਮਾਨ ਨਾਲ ਪੈਸਾ ਨਹੀਂ ਆਉਂਦਾ। ਸੋ ਸਾਡੀ ਜਿਹੜੀ ਪੈਸੇ ਦੀ ਜਿਹੜੀ ਉਮਰ ਆ ਉਹ ਲਗਭਗ 30 ਸਾਲ ਤੇ ਜਾਂਦੀ ਆ। ਸੋ ਕੈਨੇਡਾ ਨੇ ਬਹੁਤ ਮਾਨ ਸਨਮਾਨ ਦਿੱਤਾ ਸਾਡੇ ਸਟੂਡੈਂਟਸ ਨੂੰ, ਸਾਡੇ ਬੱਚਿਆਂ ਨੂੰ, ਤੇ ਇਹਦੇ ਲਈ ਸ਼ੁਕਰੀਆ ਵੀ ਬਣਦਾ ਉਹਦਾ। ਸੋ ਹੁਣ ਰਸਤੇ ਸਾਨੂੰ ਲੱਗਦਾ ਵੀ ਸ਼ਾਇਦ ਬੰਦ ਹੋ ਰਹੇ ਨੇ, ਬਟ ਸ਼ੁਕਰੀਆ ਤੇ ਬਣਦਾ। ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ, ਕਿਉਂਕਿ ਬਹੁਤ ਸਾਰੇ ਆਪਣੇ ਦੇਸ਼ ਦੇ ਬੱਚੇ ਉੱਥੇ ਜਿਹੜੇ ਵਪਾਰ ਕਰ ਰਹੇ ਨੇ, ਪੜ੍ਹ ਰਹੇ ਨੇ, ਪਰ ਸਵਾਲ ਉੱਥੇ ਖੜਾ ਹੋ ਜਾਂਦਾ ਜਦੋਂ ਦੇਸ਼ ਦੀ ਗੱਲ ਆ ਜਾਂਦੀ। ਜਿਸ ਤਰ੍ਹਾਂ ਸਾਡੇ ਦੇਸ਼ ਦੇ ਉੱਪਰ ਇਲਜ਼ਾਮ ਲਗਾਏ ਗਏ ਨੇ, ਜਦੋਂ ਇਹੋ ਜਿਹੀ ਗੱਲ ਆਉਂਦੀ ਹੈ ਫਿਰ ਮਨ ਦੇ ਵਿੱਚ ਕੀ ਆਉਂਦਾ? ਚਾਹੇ ਤੁਹਾਡੀ ਗੱਲ ਕਰ ਲੈਂਦੇ ਹਾਂ, ਤੁਹਾਡੇ ਮਨ 'ਚ ਕੀ ਆਉਂਦਾ ਉਸ ਵੇਲੇ? ਨਹੀਂ, ਦੇਖੋ, ਪੋਲੀਟੀਕਲ ਐਂਗਲ ਸਾਡੀ ਸਮਝ ਤੋਂ ਤਾਂ ਪਰੇ ਨੇ। ਅਸੀਂ ਜਿੰਨਾ ਮਰਜ਼ੀ ਕਹਿ ਲਈਏ, ਸਾਨੂੰ ਉਹ ਚੀਜ਼ਾਂ ਸਮਝ ਨਹੀਂ ਆਉਂਦੀਆਂ। ਮੈਂ ਤਾਂ ਇਹ ਗੱਲ ਕਹੀ ਵੀ ਸਰਕਾਰਾਂ ਜੋ ਭਾਰਤੀ ਹੋਣ ਦੇ ਨਾਤੇ ਤੁਸੀਂ ਕੀ ਕਹਿਣਾ ਚਾਹੁੰਦੇ? ਭਾਰਤੀ ਹੋਣ ਤੇ ਅਸੀਂ ਭਾਰਤ ਵਿੱਚ ਤਾਂ ਰਹਿੰਦੇ ਹਾਂ। ਅਸੀਂ ਕੈਨੇਡਾ ਦਾ ਪੰਜਾਬ ਵੀ ਸਾਡਾ ਹੀ ਪੰਜਾਬ ਆ। ਕੈਨੇਡਾ ਦੇ ਵਿੱਚ ਵੀ ਸਾਰੇ ਲੋਕ ਬਾਹਰੋਂ ਹੀ ਗਏ ਨੇ। ਸਰ, ਮੇਰਾ ਇੱਕ ਛੋਟਾ ਜਿਹਾ ਸਵਾਲ ਹੈ। ਇੱਕ ਭਾਰਤੀ ਹੋਣ ਦੇ ਨਾਤੇ ਜਦੋਂ ਆਪਣੇ ਦੇਸ਼ ਦੇ ਉੱਪਰ ਕੁਝ ਵੀ ਇਲਜ਼ਾਮ ਲੱਗਦੇ ਨੇ, ਮੈਂ ਇਕੱਲੇ ਕੈਨੇਡਾ ਦੀ ਗੱਲ ਨਹੀਂ ਕਰਦਾ, ਬਾਕੀ ਕੰਟਰੀਆਂ ਦੀ ਵੀ ਕਰਦਾ, ਕਿਉਂਕਿ ਪੰਜਾਬ ਜਿਹੜਾ ਹਿੰਦੁਸਤਾਨ ਦਾ ਦਿਲ ਹੈਗਾ,
ਜੇ ਉਹਨੂੰ ਵੱਖ ਕੀਤਾ ਜਾਵੇਗਾ ਤਾਂ ਫਿਰ ਦੁੱਖ ਤਾਂ ਸਾਨੂੰ ਹੀ ਹੋਵੇਗਾ। ਬਿਲਕੁਲ ਬਿਲਕੁਲ। ਸੋ ਨਹੀਂ ਉਹ ਤੇ ਰਿਸ਼ਤਿਆਂ ਵਾਲੀ ਕਹਾਣੀ ਆ ਵੀ ਤੁਹਾਡਾ ਪਿਓ ਆ, ਪਿਓ ਹੀ ਰਹਿਣਾ ਆ। ਸੋ ਅਗਰ ਸਾਡਾ ਮੁਲਕ ਆ, ਸਾਡਾ ਹੀ ਰਹਿਣਾ ਆ, ਇਹਦੇ 'ਚ ਤਾਂ ਦੂਜੀ ਕੋਈ ਰਾਏ ਨਹੀਂ। ਜਦੋਂ ਸਾਨੂੰ ਕੋਈ ਫੈਸਲਾ ਲੈਣ ਦੀ ਗੱਲ ਆਉਣੀ ਆ ਜਾਂ ਇਕੱਠ ਦੀ ਲੋੜ ਪੈਂਦੀ ਆ, ਦੋ ਭਰਾ ਲੜੇ ਵੀ ਹੋਣ, ਅਗਰ ਬਾਹਰਲੇ ਨਾਲ ਕਿਤੇ ਪੰਗਾ ਪੈਂਦਾ, ਅਸੀਂ ਤਾਂ ਬਿਨਾਂ ਸੋਚੇ ਇਕੱਠੇ ਹੋ ਜਾਣਾ ਆ। ਉਹ ਤੇ ਚੀਜ਼ਾਂ ਦਾ ਕੁਐਸਚਨ ਹੀ ਹੈ ਨਹੀਂ ਆ। ਕੁਐਸਚਨ ਇਹ ਆ ਕਿ ਜਿਹੜੀਆਂ ਅਪਰਚੂਨਿਟੀਜ਼ ਮਿਸ ਹੋ ਰਹੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ। ਇੱਕ ਤੁਸੀਂ ਜ਼ਿਕਰ ਕੀਤਾ ਇਸ ਸਟਾਰਟ ਤੇ ਇੱਕ ਕਾਰਡ ਦਾ, ਉਹ ਕਾਰਡ ਦਾ ਵੀ ਦੱਸ ਦਿਓ, ਸਾਡੇ ਦਰਸ਼ਕਾਂ ਨੂੰ ਵੀ ਪਤਾ ਲੱਗ ਜਾਏ, ਬਾਕੀ ਹੋਰ ਵੀ ਲੋਕ ਜਿਹੜੇ ਦੇਖਦੇ ਉਹਨਾਂ ਨੂੰ ਵੀ ਪਤਾ ਲੱਗ ਜਾਏ ਵੀ ਉਸ ਦੀ ਕੀ ਵੈਲਿਊ ਹੈਗੀ, ਉਸ ਦੇ ਨਾਲ ਕੀ ਕੀ ਸਾਨੂੰ ਫਾਇਦੇ ਹੋ ਸਕਦੇ। ਹਾਂ, OCI ਕਾਰਡਸ ਨੇ ਬੇਸਿਕਲੀ। OCI ਕਾਰਡ ਜਿੰਨੇ ਵੀ ਲੋਕ ਬਾਹਰ ਰਹਿੰਦੇ ਨੇ, NRIs ਨੇ, ਉਹਨਾਂ ਸਭ ਨੂੰ ਬਣਾ ਕੇ ਰੱਖਣਾ ਚਾਹੀਦਾ। ਅਸੀਂ ਸੋਚਦੇ ਚੱਲ ਵੀਜ਼ਾ ਰਾਤੋਂ ਰਾਤ ਆ ਜਾਂਦਾ, ਇੰਡੀਅਨ ਐਮਬੈਸੀ ਬਹੁਤ ਕੁਇਕਲੀ ਕੰਮ ਕਰਦੀ ਹੈ, ਬਟ ਤੁਸੀਂ ਆਪਣੀ ਮਿੱਟੀ ਨਾਲੋਂ ਨਹੀਂ ਟੁੱਟ ਸਕਦੇ। ਸੋ ਤੁਹਾਨੂੰ ਦੁੱਖ ਸੁੱਖ 'ਚ ਸ਼ਾਮਲ ਹੋਣਾ ਆ, ਐਮਰਜੈਂਸੀਜ਼ ਦੇ ਵਿੱਚ ਅਗਰ ਵੀਜ਼ਾਸ ਨਹੀਂ ਵੀ ਪ੍ਰੋਸੈਸ ਹੁੰਦੇ, ਤੁਹਾਡੇ ਕੋਲ OCI ਕਾਰਡ ਜ਼ਰੂਰ ਬਣਾ ਕੇ ਰੱਖੋ। ਓਵਰਸੀਜ਼ ਸਿਟੀਜ਼ਨਸ ਆਫ ਇੰਡੀਆ, ਬੇਸਿਕਲੀ ਇਹ ਡੂਅਲ ਸਿਟੀਜ਼ਨਸ਼ਿਪ ਦਾ ਕੰਮ ਕਰ ਦਿੰਦਾ। ਤੁਸੀਂ ਇੰਡੀਆ ਦੇ ਵੀ ਨਾਗਰਿਕ ਰਹਿੰਦੇ ਹੋ ਤੇ ਤੁਸੀਂ ਕੈਨੇਡਾ ਦੇ ਵੀ ਨਾਗਰਿਕ ਰਹਿੰਦੇ ਹੋ। ਸੋ ਤੁਹਾਨੂੰ ਵਖਰੇਵਾਂ ਨਹੀਂ ਕਰਨਾ ਪੈਂਦਾ ਕਿ ਤੁਸੀਂ ਕੈਨੇਡਾ ਵੱਲ ਹੋ ਜਾਂ ਅਮਰੀਕਾ, ਤੁਸੀਂ ਇੰਡੀਆ ਵੱਲ ਹੋ। ਸੋ ਤੁਸੀਂ ਦੋਨਾਂ ਦੇ ਵੱਲ ਦੀ ਹੋ ਕੇ ਗੱਲ ਕਰ ਸਕਦੇ ਹੋ। ਸੋ OCI ਕਾਰਡ ਜ਼ਰੂਰ ਬਣਾ ਕੇ ਰੱਖਣ ਤਾਂ ਕਿ ਤੁਸੀਂ ਵੀਜ਼ਾ ਦੇ ਝੰਡ ਤੋਂ ਮੁਕਤੀ ਪਾ ਸਕੋ। ਬਿਲਕੁਲ। ਲਾਸਟ ਦੇ ਵਿੱਚ ਇੱਕ ਮੇਰਾ ਸਵਾਲ ਹੈ ਤੁਹਾਨੂੰ ਵੀ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਅਫਵਾਹਾਂ 'ਚ ਆ ਕੇ ਜਿਹੜੇ ਘਬਰਾ ਜਾਂਦੇ, ਨਹੀਂ ਯਾਰ ਮੇਰੇ ਬੱਚੇ ਉੱਧਰ ਪਤਾ ਨਹੀਂ ਕੀ ਹੋਵੇਗਾ, ਜਾਂ ਜਾਣ ਵਾਲੇ ਜਿਹੜੇ ਲੋਕ ਡਰ ਜਾਂਦੇ ਨੇ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਨਹੀਂ, ਤੁਹਾਡੇ ਬੇਸਿਕਲੀ ਹੁਣ ਬਾਹਰ ਜਾਣਾ ਅਸਲ 'ਚ ਪੜ੍ਹਾਈ ਇਕੱਲੀ ਨਹੀਂ ਰਹਿ ਗਈ, ਇਹ ਰੁਜ਼ਗਾਰ ਵਾਲਾ ਮਸਲਾ ਆ। ਸੋ ਇੱਥੇ ਮਾਂ-ਬਾਪ ਇਹੀ ਸੋਚਦਾ ਕਿ ਇੱਕ ਵਾਰੀ ਪੈਸੇ ਲਾ ਦਈਏ ਔਰ ਉਹਦੇ ਨਾਲ ਚਾਹੇ ਉਹਨੂੰ ਹੱਟੀ ਖੋਲ ਕੇ ਦੇਣੀ ਸੀ, ਉਹਦੀ ਐਜੂਕੇਸ਼ਨ 'ਤੇ ਲਾ ਦਈਏ, ਬੱਚਾ ਬਾਹਰ ਚਲ ਜੇ ਔਰ ਆਪਣੀ ਲਾਈਫ ਦੀ ਇੱਕ ਵਾਰੀ ਟੈਨਸ਼ਨ ਖਤਮ ਹੋ ਜਾਂਦੀ ਹੈ। ਸੋ ਉਹ ਰਸਤੇ ਨਹੀਂ ਬੰਦ ਹੋਣੇ ਚਾਹੀਦੇ। ਸੋ ਬਾਹਰ ਜਾਣਾ ਬਹੁਤ ਵੱਡੀ ਐਜੂਕੇਸ਼ਨ ਹੈ, ਇਕੱਲਾ ਪੜ੍ਹਨਾ ਨਹੀਂ। ਸੋ ਤੁਸੀਂ ਘਰੋਂ ਬਾਹਰ ਨਿਕਲਦੇ ਹੋ, 100 ਬੰਦਿਆਂ ਨੂੰ ਮਿਲਦੇ ਹੋ, ਤੁਹਾਡਾ ਗਿਆਨ 'ਚ 100 ਗੁਣਾ ਵਾਧਾ ਹੁੰਦਾ ਆ। ਸੋ ਇਸ ਕਰਕੇ ਤੋਰਾ ਫੇਰਾ ਬਹੁਤ ਜ਼ਰੂਰੀ ਆ, ਸੈਰ ਸਪਾਟਾ ਬਹੁਤ ਜ਼ਰੂਰੀ ਆ। ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਆਉਂਦੀਆਂ ਜਾਂਦੀਆਂ ਰਹਿਣੀਆਂ। ਸੋ ਲਾਈਕ ਪਰਵਾਹ ਹੋ ਕੇ, ਟੈਨਸ਼ਨ ਫਰੀ ਹੋ ਕੇ ਤੁਸੀਂ ਆਪਣੇ ਬਾਹਰ ਘੁੰਮਣ ਫਿਰਨ ਦਾ ਸਫ਼ਰ ਜਾਰੀ ਰੱਖੋ। ਅਗਰ ਪੜ੍ਹਨ ਦਾ ਬਾਹਰ ਸੋਚ ਰਹੇ ਹੋ, ਉਹਦੇ 'ਚ ਕੋਈ ਪਰੇਸ਼ਾਨੀ ਨਹੀਂ ਹੈਗੀ। ਤੁਸੀਂ ਅੱਜ ਵੀ ਪੜ੍ਹਨ ਜਾ ਸਕਦੇ ਹੋ, ਕਿਸੇ ਕਿਸਮ ਦੀ ਕੋਈ ਰੋਕ ਨਹੀਂ ਲੱਗੀ ਹੋਈ। ਔਰ ਤੁਸੀਂ ਆਪਣਾ ਕਰੀਅਰ ਦਾ ਅਗਰ ਸੋਚ ਰਹੇ ਹੋ, ਆਪਣੀ ਐਜੂਕੇਸ਼ਨ ਦਾ ਸੋਚ ਰਹੇ ਹੋ, ਆਪਣੀ ਸੈਟਲਮੈਂਟ ਦਾ ਸੋਚ ਰਹੇ ਹੋ, ਤੇ ਕੈਨੇਡਾ ਤੋਂ ਬਿਹਤਰ ਮੁਲਕ ਹੈ ਨਹੀਂ ਹਾਲੇ ਤੱਕ। ਬਿਲਕੁਲ, ਜਿਸ ਤਰ੍ਹਾਂ ਕਿ ਗੱਲਬਾਤ ਕੀਤੀ ਉਹਨਾਂ ਨੇ ਵੀ ਦੱਸਿਆ ਕਿ ਅਫਵਾਹਾਂ ਤੋਂ ਜਿਹੜੀ ਬਚਣ ਦੀ ਲੋੜ ਹੈਗੀ ਹੈ। ਇਸ ਦੇ ਨਾਲ ਹੀ ਜੇ ਗੱਲਬਾਤ ਕਰੀਏ ਤਾਂ ਜਿਹੜੇ ਵਿਦਿਆਰਥੀ ਬਾਹਰ ਨੂੰ ਜਾਣ ਦੇ ਇਛੁਕ ਹੈ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਅਸੀਂ ਵੀ ਸਾਡੇ ਨਾਲ ਮੌਜੂਦ ਹੈ, ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਵੀ। ਕੀ ਨਾਮ ਕੀ ਹੈ ਤੁਹਾਡਾ? ਹਰਪ੍ਰੀਤ ਕੌਰ। ਹਰਪ੍ਰੀਤ ਜੀ, ਬਾਹਰ ਜਾਣ ਦਾ ਸੋਚਿਆ ਹੈ, ਕਿਹੜੀ ਕੰਟਰੀ ਜਾਣਾ ਚਾਹੁੰਦੇ? ਸਰ ਕੈਨੇਡਾ ਜਾਣਾ ਚਾਹੁੰਦੀ ਹਾਂ। ਉੱਥੋਂ ਦੇ ਮਾਹੌਲ ਬਾਰੇ ਸੁਣਿਆ ਹੋਣਾ ਤੁਸੀਂ, ਕੀ ਆਂਦਾ ਮਨ ਦੇ ਵਿੱਚ? ਸਰ ਇਸ ਵਕਤ ਤਾਂ ਸੁਣਿਆ ਕਿ ਉੱਥੇ ਆਪਾਂ ਜਾ ਨਹੀਂ ਸਕਦੇ, ਬਟ ਮੈਂ ਰਾਇਲ ਟਰੈਵਲਸ ਦੇ ਵਿੱਚ ਵਿਜ਼ਿਟ ਕੀਤਾ, ਸਰ ਦੇ ਨਾਲ ਗੱਲਬਾਤ ਕੀਤੀ। ਉਹਨਾਂ ਨੇ ਦੱਸਿਆ ਕਿ ਜਿਹੜੇ ਉੱਥੇ ਲੋਕ ਰਹਿੰਦੇ ਆ ਉਹ ਇੱਥੇ ਭਾਰਤ ਵਿੱਚ ਨਹੀਂ ਆ ਸਕਦੇ, ਪਰ ਇੱਥੋਂ ਅਸੀਂ ਜਾ ਸਕਦੇ ਹਾਂ ਅਪਲਾਈ ਕਰਕੇ। ਸਾਡੇ ਜਾਣ ਤੇ ਕੋਈ ਰੋਕ ਨਹੀਂ ਹੈ। ਕੀ ਸੁਣਿਆ ਸੀ ਤੁਸੀਂ ਲੋਕਾਂ ਦੇ ਕੋਲੋਂ ਜਦੋਂ ਤੁਸੀਂ ਸੋਚਿਆ ਵੀ ਮੈਂ ਜਾ ਕੇ ਗੱਲਬਾਤ ਕਰਾਂ, ਜਿਹੜੇ ਇਸ ਦੇ ਮਾਹਰ ਹੈਗੇ ਉਹਨਾਂ ਦੇ ਨਾਲ ਗੱਲਬਾਤ ਕਰਾਂ, ਤੇ ਕੀ ਕਹਿੰਦੇ ਹੋ ਜਿਸ ਤਰ੍ਹਾਂ ਕਿ ਉਹਨਾਂ ਨੇ ਹਾਲਾਤ ਉੱਧਰ ਬਣ ਰਹੇ ਆ, ਉਸ ਹਾਲਾਤਾਂ ਨੂੰ ਵੇਖਦੇ ਹੋਏ ਕੀ ਮਾਈਂਡ ਦੇ ਵਿੱਚ ਚੱਲਦਾ? ਸਰ ਪਹਿਲਾਂ ਤਾਂ ਮੈਂ ਇਹੀ ਲੋਕਾਂ ਤੋਂ ਸੁਣਿਆ ਸੀਗਾ ਕਿ ਹੁਣ ਅਸੀਂ ਕੈਨੇਡਾ ਦੇ ਵਿੱਚ ਅਪਲਾਈ ਨਹੀਂ ਕਰ ਸਕਦੇ। ਮੈਂ ਉਸ ਵਕਤ ਡਰ ਵੀ ਗਈ ਸੀ ਕਿਉਂਕਿ ਮੇਰਾ ਛੋਟੇ ਹੁੰਦੇ ਤੋਂ ਇਹੀ ਚੀਜ਼ ਦਾ ਏਮ ਸੀਗਾ ਕਿ ਮੈਂ ਕੈਨੇਡਾ ਦੇ ਵਿੱਚ ਜਾਣਾ ਚਾਹੁੰਦੀ ਹਾਂ, ਉਹ ਵੀ ਇੰਟਰਨੈਸ਼ਨਲ ਸਟੱਡੀ ਦੇ ਲਈ। ਬਟ ਬਾਅਦ ਦੇ ਵਿੱਚ ਮੈਂ ਇੰਸਟਾਗ੍ਰਾਮ ਤੇ ਸਰ ਦੀ ਵੀਡੀਓ ਦੇਖੀ ਹੈ, ਰਾਇਲ ਟਰੈਵਲਸ ਦੀ, ਅਰਵਿੰਦਰਪਾਲ ਸਰ ਦੀ। ਉਹਨਾਂ ਦੇ ਇੰਟਰਵਿਊ ਸੁਣਿਆ ਹੈ, ਉਹਨਾਂ ਦੀ ਗੱਲਬਾਤ ਦੇ ਰਾਹੀਂ ਮੈਨੂੰ ਪਤਾ ਲੱਗਾ ਕਿ ਮੈਂ ਅਪਲਾਈ ਕਰ ਸਕਦੀ ਹਾਂ। ਫਿਰ ਦੈਨ ਮੈਂ ਜਲੰਧਰ ਆਫਿਸ ਦੇ ਵਿੱਚ ਸਰ ਦੇ ਆਫਿਸ ਦੇ ਵਿੱਚ ਵਿਜ਼ਿਟ ਕੀਤਾ ਤੇ ਉਹਨਾਂ ਨਾਲ ਗੱਲਬਾਤ ਕੀਤੀ ਕਿ ਉਹਨਾਂ ਨੇ ਮੈਨੂੰ ਸਮਝਾਇਆ ਕਿ ਤੁਸੀਂ ਜਾ ਸਕਦੇ ਹੋ, ਇੱਦਾਂ ਦੀ ਕੋਈ ਗੱਲ ਨਹੀਂ ਆ, ਉੱਧਰ ਦਾ ਮਾਹੌਲ ਬਿਲਕੁਲ ਠੀਕ ਹੈ। ਬਟ ਇਸ ਵਕਤ ਆਪਾਂ ਅਪਲਾਈ ਕਰ ਸਕਦੇ ਹਾਂ, ਬਟ ਜਿਹੜੇ ਉੱਧਰ ਭਾਰਤੀ ਰਹਿੰਦੇ ਆ ਉੱਧਰੋਂ ਇੰਡੀਆ ਵਾਪਸ। ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ, ਕਿਤੇ ਨਾ ਕਿਤੇ ਮਨਾਂ ਦੇ ਵਿੱਚ ਵਿਦਿਆਰਥੀਆਂ ਦੇ ਵੀ ਡਰ ਹੈਗਾ, ਪਰ ਜਿਹੜੇ ਇਸ ਦੇ ਮਾਹਿਰ ਨੇ, ਇਸ ਇੰਡਸਟਰੀ ਦੇ ਮਾਹਿਰ ਨੇ, ਉਹ ਲੋਕਾਂ ਨੂੰ ਅਪੀਲ ਕਰਦੇ ਵੀ ਨਜ਼ਰ ਆ ਰਹੇ ਕਿ ਅਫਵਾਹਾਂ ਤੋਂ ਜਿਹੜੀ ਬਚਣ ਦੀ ਲੋੜ ਹੈਗੀ ਹੈ। ਕੈਮਰਾਮੈਨ ਰੇਸ਼ਮ ਦੇ ਨਾਲ ਮਨਵੀਰ ਸੱਭਰਵਾਲ, ਫੈਕਟ ਨਿਊਜ਼, ਜਲੰਧਰ। ਭਾਰਤ ਤੇ ਕੈਨੇਡਾ ਦੇ ਜਦੋਂ ਰਿਸ਼ਤੇ ਵਿਗੜਨੇ ਸ਼ੁਰੂ ਹੋਏ, ਕਿਤੇ ਨਾ ਕਿਤੇ ਅਸਰ ਵਪਾਰ ਦੇ ਉੱਪਰ ਵੀ ਪੈਣਾ ਸ਼ੁਰੂ ਹੋ ਗਿਆ। ਜੇ ਗੱਲ ਕਰੀਏ ਹੋਟਲ ਇੰਡਸਟਰੀਜ਼ ਦੇ ਜਿਹੜੇ ਲੋਕ ਹੈ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਵੀ ਕਿੰਨਾ ਕੁ ਫਰਕ ਜਿਹੜਾ ਵਪਾਰ ਦੇ ਉੱਪਰ ਪਿਆ ਹੈ। ਦੁਆ ਸਾਹਿਬ, ਜੇ ਗੱਲ ਕਰੀਏ ਕਿੰਨਾ ਕੁ ਫਰਕ ਨਜ਼ਰ ਆ ਰਿਹਾ ਹੈ
ਕਿਉਂਕਿ ਜਦੋਂ ਸ਼ੁਰੂਆਤੀ ਟਾਈਮ ਤੇ ਹੀ ਕਾਫੀ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਕਿ ਜਿਹੜੇ ਐਨਆਰਆਈ ਹੈ ਉਹਨਾਂ ਦਾ ਜਿਹੜਾ ਵੀਜ਼ਾ ਭਾਰਤ ਦਾ ਉਹਦੇ ਤੇ ਵੀ ਜਿਹੜੀ ਰੋਕ ਲੱਗ ਗਈ, ਉਸ ਤੋਂ ਬਾਅਦ ਕੁਝ ਫਰਕ ਪੈਂਦਾ ਨਜ਼ਰ ਆਇਆ ਹੋਟਲ ਇੰਡਸਟਰੀ? ਦੇਖੋ, ਫਸਟ ਆਫ ਆਲ ਤਾਂ ਜਦੋਂ ਕਿਸੇ ਦੇਸ਼ ਨਾਲ ਸੰਬੰਧ ਖਰਾਬ ਹੁੰਦੇ ਆ ਨਾ, ਜਿਹੜੇ ਉੱਥੇ ਦੇ ਨਾਗਰਿਕ ਹੈ, ਹੁਣ ਮੰਨ ਲਓ ਕਿ ਜਿਸ ਤਰ੍ਹਾਂ ਟਰੂਡੋ ਜੀ ਨੇ ਆਪਣੇ ਸੰਸਦ 'ਚ ਬਿਆਨ ਦਿੱਤਾ, ਉਹ ਸੰਸਦ ਜਿਹੜਾ ਬਿਆਨ ਦਿੱਤਾ ਸੱਚਾ ਝੂਠ ਹੈ ਉਹਦੇ ਵਿੱਚ ਤੇ ਨਹੀਂ ਮੈਂ ਪਾਵਾਂਗਾ, ਬਟ ਉਹ ਤੇ ਅਗੇਂਸਟ ਜਿਹੜਾ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਐਕਸ਼ਨ ਲਿਆ, ਉਹ ਐਕਸ਼ਨ ਦੇ ਉੱਤੇ ਇੱਕ ਵਾਰੀ ਜ਼ਰੂਰ ਸ਼ਸ਼ੋਪਨ ਆ ਗਿਆ। ਕਿਉਂਕਿ ਹੋਟਲ ਇੰਡਸਟਰੀ ਹੈ ਜਿਹੜੀ, ਉਹ 5 ਮਹੀਨੇ ਦੀ ਇੰਡਸਟਰੀ ਹੁੰਦੀ ਹੈ। 7 ਮਹੀਨੇ ਜਿਹੜਾ ਵਾ ਅਸੀਂ ਆਪਣੇ ਸਟਾਫ ਨੂੰ ਜਾਂ ਆਪਣੇ ਖਰਚੇ ਆਪਣੀ ਪੋਕਟ 'ਚੋਂ ਕਰਦੇ ਆ। 7 ਮਹੀਨੇ ਦੀ ਇੰਡਸਟਰੀ ਉਹ ਜ਼ੀਰੋ ਕਹਿ ਲਓ ਜਾਂ ਇਕੁਅਲ ਕਹਿ ਲਓ ਨਿਕਲਦੀ ਹੈ। ਉਹ 5 ਮਹੀਨੇ ਦਾ ਸੀਜ਼ਨ ਹੁੰਦਾ। ਉਹ 5 ਮਹੀਨੇ ਦਾ ਸੀਜ਼ਨ ਵੀ ਇਹੋ ਹੀ ਹੁੰਦਾ ਜੀ। ਆ ਜਿਹੜਾ ਆ ਗਿਆ ਤੁਹਾਡਾ ਅਕਤੂਬਰ, ਨਵੰਬਰ, ਦਸੰਬਰ, ਜਨਵਰੀ, ਫਰਵਰੀ, ਇਹ 5 ਮਹੀਨੇ ਕੰਮ ਦੇ ਹੁੰਦੇ ਆ। ਸਾਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਕਿ ਇਸ ਤਰ੍ਹਾਂ ਐਕਸ਼ਨ ਲੈ ਲਿਆ ਹੋਇਆ ਮੋਦੀ ਸਰਕਾਰ ਨੇ, ਤਾਂ ਪਹਿਲੀ ਗੱਲ ਤਾਂ ਥੋੜ੍ਹਾ ਜਿਹਾ ਸਾਡੇ ਮਨ 'ਚ ਵੀ ਡਾਊਟ ਸੀਗਾ ਕਿ ਸ਼ਾਇਦ ਕੁਝ ਕੈਂਸਲੇਸ਼ਨ ਆ ਜਾਏਗੀ ਤੇ ਇਸ ਇੰਡਸਟਰੀ ਨੂੰ ਜਿਹੜਾ ਉੱਭਰਨਾ ਮੁਸ਼ਕਿਲ ਹੋ ਜਾਂਦਾ ਅਗਰ ਇਹ 5 ਮਹੀਨੇ ਸੀਜ਼ਨ ਨਹੀਂ ਲੱਗਦਾ ਤਾਂ। ਕਿਉਂਕਿ ਇਹ ਇੰਡਸਟਰੀ ਹੈ ਜਿਹੜੀ, ਇਹ ਵਾਈਟ ਹਾਥੀ ਕਹਿ ਲਓ ਤੇ ਇਸ ਤਰ੍ਹਾਂ ਦੀ ਇਹ ਇੰਡਸਟਰੀ ਹੈਗੀ ਹੈ ਹੋਟਲ ਇੰਡਸਟਰੀ। ਬਟ ਇੱਦਾਂ ਦਾ ਸਾਨੂੰ ਸਟਾਰਟਿੰਗ ਇੱਕ ਅੱਧਾ ਫੋਨ ਆਇਆ ਵਾ ਕਿ ਸ਼ਾਇਦ ਜੀ ਸਾਡੇ ਰੂਮ ਘਟਾੜੇ ਪੈਣ। ਕੈਂਸਲੇਸ਼ਨ ਦੀ ਗੱਲ ਤਾਂ ਸਟਾਰਟਿੰਗ ਵੀ ਨਹੀਂ ਹੋਈ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਸੀਗਾ ਕਿ ਕਿਸ ਬੰਦਿਆਂ ਨੂੰ ਰੋਕਿਆ ਜਾ ਰਿਹਾ ਤੇ ਕਿਹੜੇ ਬੰਦਿਆਂ ਨੂੰ ਆਉਣ ਦਿੱਤਾ ਜਾ ਰਿਹਾ ਵਾ। ਮੀਨਵਾਈਲ ਉਹ ਕਈ ਵਾਰੀ ਤੇ ਦਿਮਾਗ 'ਚ ਆ ਜਾਂਦਾ ਨਾ, ਜਦੋਂ ਕੋਈ ਨਵਾਂ ਸਿਸਟਮ ਲਾਗੂ ਹੁੰਦਾ ਵਾ ਉਹਨੂੰ ਸਮਝਣ ਨੂੰ ਟਾਈਮ ਲੱਗਦਾ ਵਾ। ਤੇ ਜਿਸ ਤਰ੍ਹਾਂ ਮੰਨ ਲਓ ਕਿ ਦੁਪਹਿਰੀ ਐਕਸ਼ਨ ਹੋਇਆ ਤੇ ਦੁਪਹਿਰ ਤੋਂ 2-3 ਘੰਟੇ ਦੇ ਵਿੱਚ ਫੋਨ ਆਏ ਆ ਸਾਨੂੰ 1-2, ਬਟ ਦੂਸਰੇ ਤੀਸਰੇ ਦਿਨ ਫਿਰ ਉਹਨਾਂ ਨੇ ਐਜ਼ ਇਟ ਕੰਟੀਨਿਊ ਹੀ ਕੀਤਾ ਵਾ। ਕੀ ਕਹਿਣਾ ਕੀ ਸੀ ਉਹਨਾਂ ਲੋਕਾਂ ਦਾ ਜਦੋਂ ਤੁਹਾਨੂੰ ਫੋਨ? ਉਹਨਾਂ ਨੇ ਇਹੋ ਹੀ ਲੱਗਾ ਸੀ ਸ਼ਾਇਦ ਸਾਡਾ ਐਨਆਰਆਈ ਜਿਹੜਾ ਕੋਈ ਵੀ ਨਹੀਂ ਆ ਪਾਏਗਾ, ਚਾਹੇ ਉਹ ਪੀਆਰ ਵਾਲਾ ਵਾ ਜਾਂ ਵੈਸੇ ਆ ਟੈਂਪਰੇਰੀ ਆ, ਸ਼ਾਇਦ ਨਾ ਆ ਪਾਏ। ਬਟ ਉਹ ਜਿਹੜੀ ਰੋਕ ਲੱਗੀ ਸੀ ਉਹ ਸਿਰਫ ਸਿਟੀਜ਼ਨਸ਼ਿਪ ਤੇ ਲੱਗੀ ਸੀ ਜਿਨ੍ਹਾਂ ਕੋਲ ਕੈਨੇਡਾ ਦੀ ਨਾਗਰਿਕਤਾ ਵਾ। ਉਹ ਫਿਰ ਬਹੁਤ ਥੋੜੇ ਜਿਹੇ ਲੋਕ ਸੀਗੇ ਜਿਨ੍ਹਾਂ ਤੇ ਕੈਨੇਡਾ ਦੀ ਨਾਗਰਿਕਤਾ ਤੇ ਰੋਕ ਲੱਗੀ ਹੈ ਤੇ ਐਜ਼ ਇਟ ਇਜ਼ ਕੰਟੀਨਿਊ ਹੈ ਭਾਰਤ ਦੇ। ਜੇ ਗੱਲ ਕਰੀਏ ਤੇ ਕਿਹੜੇ ਤੁਸੀਂ ਦੱਸਿਆ ਵੀ ਲਾਸਟ ਮੰਥ ਹੀ ਹੁੰਦੇ, ਕਿਹੜੇ ਲਾਸਟ ਮੰਥ ਹੁੰਦੇ ਜਿਹੜਾ ਪੂਰਾ ਸੀਜ਼ਨ ਹੁੰਦਾ, ਜਿਹੜਾ ਪੂਰਾ ਸਾਲ? ਫਿਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕਾਫੀ ਦੇਰ ਸਾਨੂੰ ਜਿਹੜਾ ਵਿਹਲੇ ਬਹਿਣਾ ਪੈਂਦਾ, ਉਹ ਕਿਹੜੇ ਮਹੀਨੇ ਹੁੰਦੇ ਜਿਸ ਦੇ ਵਿੱਚ ਕੰਮ ਨਿਕਲਦਾ? ਦੇਖੋ, ਅਕਤੂਬਰ, ਨਵੰਬਰ, ਦਸੰਬਰ, ਜਨਵਰੀ, ਫਰਵਰੀ, ਇਹ 5-6 ਮਹੀਨੇ ਕੰਮ ਜਿਹੜੇ ਸਰਦੀਆਂ ਦੇ ਆ। ਉਹ ਜ਼ਿਆਦਾ ਕਹਿ ਲਓ ਕਿ ਹਿੰਦੂ ਕੈਲੰਡਰ ਦੇ ਅਨੁਸਾਰ ਵੀ ਕੁਝ ਮੈਰਿਜਸ ਨਿਕਲਦੀਆਂ ਨੇ ਤੇ ਕੁਝ ਕਹਿ ਲਓ ਬਈ ਸਰਦੀਆਂ 'ਚ ਜਿਹੜਾ ਵਾ ਐਨਆਰਆਈ ਆਉਣਾ ਵੀ ਪਸੰਦ ਕਰਦਾ ਵਾ। ਤੋ ਮੋਸਟਲੀ ਸਿੱਖ ਫੈਮਲੀਜ਼ ਆ ਜਿਹੜੀਆਂ ਉਹ ਐਨਆਰਆਈ ਨਾਲ ਬਿਲੋਂਗਸ ਹੈਗੀਆਂ ਹੀ ਆ। ਚਲੋ ਅੱਜ ਤੱਕ ਡੇਟ ਤਾਂ ਭਾਵੇਂ ਸਾਰੇ ਲੋਕ ਜਾਣੇ ਸ਼ੁਰੂ ਹੋ ਗਏ, ਬਟ ਮੋਸਟਲੀ ਸਿੱਖ ਫੈਮਲੀਜ਼ ਜਿਹੜੀਆਂ ਉਹ ਐਨਆਰਆਈ ਨਾਲ ਬਿਲੋਂਗ ਹੈਗੀਆਂ ਨੇ। ਤੇ ਇਸ ਕਰਕੇ ਉਹਨਾਂ ਦਾ ਲਗਭਗ ਸਰਦੀਆਂ ਵਿੱਚ ਹੀ, ਕਿਉਂਕਿ ਕੈਨੇਡਾ ਦੀ ਠੰਡ ਬਹੁਤ ਹੋ ਜਾਂਦੀ ਆ, ਉਹ ਵੀ ਇੱਧਰ ਨੂੰ ਆਉਣ ਨੂੰ ਛੁੱਟੀਆਂ ਬਿਤਾਉਣ ਲਈ ਇੱਧਰ ਨੂੰ ਇੰਡੀਆ 'ਚ ਆਉਂਦੇ ਆ ਤੇ ਉਹਨਾਂ ਦਿਨਾਂ 'ਚ ਹੀ ਲੋਕੀ ਮੈਰਿਜਸ ਨੂੰ ਪ੍ਰੈਫਰੈਂਸ ਦਿੰਦੇ ਆ। ਪਰ ਜਦੋਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਜਾਂ ਫੋਨ ਕਾਲ ਆਣੇ ਸ਼ੁਰੂ ਹੋ ਗਏ, ਕਿਤੇ ਨਾ ਕਿਤੇ ਮਨ 'ਚ ਆਇਆ ਹੋਣਾ ਐਤਕੀ ਸੀਜ਼ਨ ਜਿਹੜਾ ਉਹ ਇਸ ਤਰ੍ਹਾਂ ਨਿਕਲ ਜਾਵੇਗਾ। ਦੇਖੋ, ਜਿਹੜਾ ਬਿਜ਼ਨਸ ਦਾ ਡਰ ਆ ਉਹ ਪੰਜਾਬ 'ਚ ਬੈਠੇ ਆ। ਪੰਜਾਬ 'ਚ ਪਹਿਲਾਂ ਤਾਂ ਸਟੂਡੈਂਟਸ ਦਾ ਬਾਹਰ ਜਾਣਾ, ਉਹ ਸਟੂਡੈਂਟਸ ਬੜੀ ਵੱਡੀ ਰਕਮ ਲੈ ਕੇ ਜਾਂਦੇ ਆ। ਫਿਰ ਪੰਜਾਬ ਦੇ ਵਿੱਚ ਇੱਕ ਮੈਰਿਜਸ ਦਾ ਕਰਨਾ, ਕਿਉਂਕਿ ਜੇਕਰ ਯੰਗ ਬੱਚਾ ਹੀ ਬਾਹਰ ਚਲਾ ਗਿਆ ਵਾ ਤਾਂ ਮੈਰਿਜਸ ਲਗਭਗ ਉੱਥੇ ਹੀ ਹੋਣੀਆਂ ਨੇ, ਇੱਥੇ ਤਾਂ ਘੱਟ ਹੀ ਹੋਣੀਆਂ ਨੇ। ਇਸ ਕਰਕੇ ਬਿਜ਼ਨਸ ਇਕੱਲੇ ਉੱਥੇ ਹੀ ਨਹੀਂ, ਬਾਕੀ ਬਿਜ਼ਨਸ ਤੇ ਵੀ ਅਸਰ ਹੋਇਆ। ਅਸੀਂ ਵੈਸੇ ਸੈਨੇਟਰੀ ਦੇ ਬਿਜ਼ਨਸ ਹੈਗੇ ਆ ਫੋਰ ਦਾ ਫੁੱਲ ਟਾਈਮ, ਉਹਦੇ ਤੇ ਵੀ ਅਸਰ ਹੋਇਆ ਕਿਉਂਕਿ ਜਿਹਦਾ ਬੱਚਾ ਹੀ ਬਾਹਰ ਚਲਾ ਗਿਆ ਉਹ ਆਪਣਾ ਮਕਾਨ ਕੀ ਰੈਨੋਵੇਸ਼ਨ ਕਰੇਗਾ ਤੇ ਕੀ ਨਵਾਂ ਬਣਾਏਗਾ, ਕਿਉਂਕਿ ਅਸੀਂ ਹਰ ਇੱਕ ਕੰਮ ਕਰਦੇ ਹਾਂ ਉਹ ਬੱਚਿਆਂ ਲਈ ਕਰਦੇ ਹਾਂ। ਇਸ ਏਜ 'ਚ 50 ਤੋਂ ਬਾਅਦ ਬੰਦਾ ਕਹਿੰਦਾ ਠੀਕ ਹੈ ਯਾਰ ਮੈਂ ਹੁਣ ਰਿਟਾਇਰ ਹੋ ਜਾਣਾ ਜਾਂ ਮੈਂ ਆਰਾਮ ਕਰਨਾ ਜਾਂ ਮੇਰੀ ਹੁਣ ਸਿਹਤ ਨਹੀਂ ਸਹਿੰਦੀ, ਇਸ ਤਰ੍ਹਾਂ ਦਾ ਜਿਹੜਾ ਸਿਸਟਮ ਉਹ ਚੱਲ ਪੈਂਦਾ ਵਾ। ਪੰਜਾਬ ਸਰਵਾਈਵ ਕਰਨਾ ਵੈਸੇ ਵੀ ਮੁਸ਼ਕਿਲ ਸੀਗਾ, ਬਟ ਇਹਦਾ ਵੀ ਇੱਕ ਛੋਟਾ ਜਿਹਾ ਧੱਕਾ ਜ਼ਰੂਰ ਦਿਮਾਗ 'ਚ ਲੱਗਾ ਸੀ ਯਾਰ ਇਹ ਕੋਈ ਨਵਾਂ ਕਾਰਾ ਤੇ ਨਹੀਂ ਆ ਗਿਆ। ਬਟ ਮੀਨਵਾਈਲ ਕੋਈ ਵੀ ਇੱਦਾਂ ਦਾ ਸਾਨੂੰ ਇਹ 'ਚ 1% ਵੀ ਇਫੈਕਟ ਨਹੀਂ ਪਿਆ। ਬਾਕੀ ਮੋਦੀ ਜੀ ਨੇ ਬੜਾ ਵਧੀਆ ਜਿਹੜਾ ਉਹ ਦੇਸ਼ ਦੇ ਹਿੱਤ 'ਚ ਫੈਸਲਾ ਲਿੱਤਾ ਵਾ, ਉਹਦੇ ਨਾਲ ਸ਼ਾਂਤੀ ਹੋਰ ਬਹਾਲ ਹੋਏਗੀ ਪੰਜਾਬ 'ਚ, ਕਾਰੋਬਾਰ ਹੋਰ ਵਧਣਗੇ, ਜੋ ਮੇਰੀ ਸੋਚ ਹੈ। ਬਿਲਕੁਲ। ਮੋਦੀ ਜੀ ਦੇ ਫੈਸਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ? ਤੁਸੀਂ ਵੀ ਕਿਹਾ ਵੀ ਸ਼ਾਂਤੀ ਬਹਾਲ ਹੋਊਗੀ, ਤੁਸੀਂ ਫੈਸਲੇ ਨੂੰ ਕਿਸ ਤਰ੍ਹਾਂ ਦੇਖਦੇ? ਦੇਖੋ, ਅੱਜ ਦੀ ਡੇਟ ਦੇ ਵਿੱਚ ਦੋ ਚੀਜ਼ਾਂ ਹੈਗੀਆਂ। ਜੇ ਆਪਾਂ ਆਪਣਾ ਪਿਛੋਕੜ ਦੇਖੀਏ 7-8 ਸਾਲ ਪਹਿਲਾਂ, 10 ਸਾਲ ਪਹਿਲਾਂ ਦੀ ਗੱਲ ਕਰੀਏ ਤੇ ਪਾਕਿਸਤਾਨ ਦੀ ਗੱਲ ਕਰ ਲਈਏ, ਇਹ ਪਾਕਿਸਤਾਨ ਉਹੀ ਮੁਲਕ ਹੈ ਜਿਸ 'ਚ ਮੋਦੀ ਜੀ ਫੋਰਨ ਤੋਂ ਆਉਂਦੇ ਹੋਏ ਕਹਿੰਦੇ ਜੀ ਮੈਂ ਤੇਰੇ ਬਰਥਡੇ ਤੇ ਆ ਰਿਹਾ ਵਾਂ,
ਉਹਨਾਂ ਨੇ ਬਿਲਕੁਲ ਲਾਈਟਲੀ ਲੈ ਲਿਆ ਪਾਕਿਸਤਾਨ ਨੇ ਕਿ ਸ਼ਾਇਦ ਇਹ ਕਮਜ਼ੋਰ ਪ੍ਰਧਾਨ ਮੰਤਰੀ ਨੇ। ਤੇ ਅੱਜ ਦੀ ਡੇਟ 'ਚ ਦੇਖੋ, ਕੋਈ ਉਹਦੇ ਕੋਲ ਲਕਸ਼ਮਣ ਰੇਖਾ ਤਾਂ ਮੋਦੀ ਜੀ ਕੋਲ ਸੀਗੀ ਨਹੀਂ ਕਿ ਉਹਨੇ ਖਿੱਚ ਦਿੱਤੀ ਤੇ ਬਾਰਡਰ ਪਾਰੋਂ ਵਾਲੇ ਬੰਦੇ ਬੰਦ ਹੋ ਗਏ। ਤੇ ਕਦੀ ਕਿਧਰੇ ਬੰਬ ਬਲਾਸਟ ਨਹੀਂ ਸੁਣਿਆ ਅਸੀਂ ਹੁਣ ਉਹਨਾਂ ਦੀ ਕੋਈ ਹਰਕਤ ਨਹੀਂ ਸੁਣੀ। ਇੱਕ ਬੰਦਾ ਆਪਸ ਵਿੱਚ ਵੀ, ਚਾਹੇ ਬਿਜ਼ਨਸ ਹੋਵੇ, ਚਾਹੇ ਕੋਈ ਟ੍ਰੇਡ ਹੋਵੇ, ਚਾਹੇ ਸਮਾਜਿਕ ਹੋਵੇ, ਧਾਰਮਿਕ ਹੋਵੇ, ਇੱਕ ਦੌੜ ਤਾਂ ਹੁੰਦੀ ਆ। ਅੱਜ ਮੈਂ ਜਿਹੜੇ ਬੰਦੇ ਕਹਿ ਰਿਹਾ ਕਿ ਮੋਦੀ ਦਾ ਕਦਮ ਜਿਹੜਾ ਗਲਤ ਹੈ, ਮੈਂ ਉਹਨਾਂ ਪੰਜਾਬ ਵਾਸੀਆਂ ਤੋਂ, ਜਿਹੜੇ ਸ਼ਾਂਤੀ ਪਸੰਦ ਪੰਜਾਬ ਵਾਸੀ ਨੇ, ਉਹਨਾਂ ਤੋਂ ਪੁੱਛਣਾ ਚਾਹੁੰਦਾ ਵਾਂ ਕਿ ਮੈਨੂੰ ਦੱਸਣ ਇਹ ਕਿ ਕਿੱਥੇ ਉਹਨਾਂ ਦਾ ਕਦਮ ਗਲਤ ਹੈ। ਅੱਜ ਪਾਕਿਸਤਾਨ ਤੁਹਾਡੀ ਲਾਈਨ 'ਚ ਛੱਡ ਕੇ, ਤੁਹਾਡੀ ਰੇਸ 'ਚ ਛੱਡ ਕੇ, ਤੁਹਾਡੇ ਨਾਲ ਛੱਡ ਕੇ, ਤੁਹਾਡੀ ਰੇਸ 'ਚ ਵੀ ਕਿਧਰੇ ਨਹੀਂ ਖਲੋਂਦਾ। ਉਹਦਾ ਇੰਟਰਨੈਸ਼ਨਲ ਲੈਵਲ ਕਿੱਥੇ ਰਹਿ ਗਿਆ? ਸਾਡਾ ਇੰਟਰਨੈਸ਼ਨਲ ਲੈਵਲ ਕਿੱਥੇ ਚਲਾ ਗਿਆ? ਵੀ ਆਰ ਦੀ 5th ਇਕੋਨਮੀ ਇਨ ਵਰਲਡ। ਅਸੀਂ 5ਵੇਂ ਨੰਬਰ ਤੇ ਚਲੇ ਗਏ ਹਾਂ ਇਕੋਨਮੀ ਦੇ ਵਿੱਚ। ਦੇ ਹੈਵ ਸਮ ਪਾਲਿਸੀਜ਼। ਇਨਫਰਾਸਟ੍ਰਕਚਰ ਦੇਖੋ ਸਾਡਾ ਅੱਜ ਕਿੱਡਾ ਵੱਡਾ ਹੈਗਾ। ਇੰਡੀਆ ਅੱਜ ਲੱਗਦਾ ਕਿ ਵਾਕਈ ਤੁਹਾਨੂੰ ਗਰੋ ਕਰ ਰਿਹਾ ਵਾ। ਪਹਿਲਾਂ ਇੰਡੀਅਨ ਲੋਕ ਜਿਸ ਤਰ੍ਹਾਂ ਕੋਈ ਮਾੜੇ ਪਿੰਡ ਦਾ ਬੰਦਾ ਚੱਲ ਜਾਏ ਨਾ, ਆਪਣਾ ਪਿੰਡ ਦਾ ਨਾਂ ਨਹੀਂ ਸੀ ਦੱਸਦਾ ਸ਼ਹਿਰ 'ਚ। ਇਸ ਤਰ੍ਹਾਂ ਇੰਡੀਆ ਦੇ ਲੋਕੀ ਆਪਣੀ ਪਹਿਚਾਣ ਛੁਪਾਉਂਦੇ ਸੀਗੇ। ਅੱਜ ਅਗਲੇ ਛਾਤੀ ਠੋਕ ਕੇ ਕਹਿੰਦੇ ਕਿ ਵੀ ਆਰ ਬਿਲੋਂਗ ਟੂ ਇੰਡੀਆ, ਵੀ ਆਰ ਬਿਲੋਂਗ ਟੂ ਭਾਰਤ। ਕਿਤੇ ਨਾ ਕਿਤੇ ਮਾਣ ਮਹਿਸੂਸ ਹੋ। ਦੇਖੋ ਬਿਲਕੁਲ ਮਾਣ ਮਹਿਸੂਸ ਹੁੰਦਾ। ਇੱਕ ਚੀਜ਼ ਤਾਂ ਕਲੀਅਰ ਹੈ ਜੀ, ਅਗਰ ਨੇਤਰਤਵ ਤੁਹਾਡਾ ਅੱਛਾ ਹੈਗਾ, ਕਮਾਂਡਰ ਤੁਹਾਡਾ ਵਧੀਆ, ਤੇ ਫੌਜ ਨੇ ਆਪੇ ਵਧੀਆ ਹੋ ਹੀ ਜਾਣਾ। ਇਹ 'ਚ ਕੋਈ ਦੋ ਰਾਏ ਨਹੀਂ ਹੈ। ਪਰ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਅਫਵਾਹਾਂ ਦੇ ਕਾਰਨ ਕਾਫੀ ਉਹਨਾਂ ਦੇ ਮਨਾਂ ਦੇ ਵਿੱਚ ਡਰ ਬੈਠਾ ਹੋਇਆ? ਦੇਖੋ, ਇੱਕ ਨਾ ਸਾਈਕੋਲੋਜੀਕਲੀ ਫੈਕਟ ਜਿਹੜੇ ਹੈਗੇ ਆ ਉਹ ਸਿਰਫ 2-3% ਬੰਦਿਆਂ ਨਾਲ ਹੀ ਹੈਗੇ। ਸਾਡੇ ਵੀ ਰਿਲੇਟਿਵ ਫੋਰਨ 'ਚ, ਕੈਨੇਡਾ 'ਚ ਬੈਠੇ ਆ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ? ਕੈਨੇਡਾ ਦੇ ਵਿੱਚ ਅੱਛੇ ਰੈਸਟੋਰੈਂਟ ਚਲਾ ਰਹੇ ਆ ਸਾਡੇ ਰਿਲੇਟਿਵਸ। ਕਹਿੰਦੇ ਯਾਰ ਕੁਛ ਨਹੀਂ ਹੈ, ਸਿਰਫ ਜਿੱਦਾਂ ਇੱਥੇ ਪੰਜਾਬ 'ਚ ਕਹ ਲਓ 2 ਤੋਂ 4-5% ਬੰਦੇ ਡਿਸਟਰਬ ਕਰ ਰਹੇ ਆ, ਉੱਥੇ ਵੀ 4-5% ਬੰਦੇ ਡਿਸਟਰਬ ਕਰ ਰਹੇ ਆ। ਚਾਹੇ ਹਿੰਦੂ ਹੈ, ਚਾਹੇ ਸਿੱਖ ਹੈ। ਜਿਹੜਾ ਬਿਜ਼ਨਸਮੈਨ ਆ, ਉਹ ਕੋਈ ਬਿਜ਼ਨਸ ਤੋਂ ਫੁਰਸਤ ਨਹੀਂ ਹੈ। ਉਹਦੇ ਦੇਣੇ ਲੈਣੇ ਇੰਨੇ ਹੁੰਦੇ ਆ ਕਿ ਉਹ ਵਿਚਾਰਾ ਇਹਨਾਂ ਕੰਮਾਂ 'ਚ ਕੀ ਪਏਗਾ। ਉਹ ਇਹਨਾਂ ਚੀਜ਼ਾਂ ਨਹੀਂ ਸੋਚਦਾ। ਉਹ ਬਿਜ਼ਨਸ ਨੂੰ ਸਮੂਥ ਰਨ ਕਰਨਾ ਚਾਹੁੰਦਾ ਵਾ। ਉਹਦੇ ਲਈ ਇਹਨਾਂ ਚੀਜ਼ਾਂ ਲਈ ਕੋਈ ਟਾਈਮ ਨਹੀਂ ਹੈ, ਕੋਈ ਉਹਦੇ ਲਈ ਸੋਚ ਨਹੀਂ ਹੈ। ਉਹਦੀ ਸੋਚ ਕੋਈ ਚਾਹੀਦਾ ਨਾ ਫਾਵਾਂ ਤੇ ਧਿਆਨ ਨਹੀਂ ਦੇਣਾ ਚਾਹੀਦਾ। ਬਾਕੀ ਦੇਖੋ, ਦੁਨੀਆ ਤੇ ਹਰ ਤਰ੍ਹਾਂ ਦੇ ਲੋਕ ਹੈਗੇ ਆ, ਹਰ ਤਰ੍ਹਾਂ ਦੀ ਸੋਚ ਹੈਗੀ, ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ। ਵੀ ਆਰ ਲਿਵਿੰਗ ਇਨ ਡੈਮੋਕ੍ਰੇਸੀ। ਡੈਮੋਕ੍ਰੇਸੀ 'ਚ ਤਾਂ ਜਿੱਥੇ ਪਰੇ ਵਾ, ਜਿੱਥੇ ਬੋਲਣ ਦਾ ਅਧਿਕਾਰ ਹੈ, ਉੱਥੇ ਸਾਡੀਆਂ ਕੁਛ ਸੀਮਤ ਸਾਡੇ ਲਈ ਆਦੇਸ਼ ਵੀ ਹੈਗੇ ਆ। ਸੀਮਤ ਜਿਹਾ ਹੀ ਬੋਲਣਾ ਚਾਹੀਦਾ ਤਾਂ ਕਿ ਸਮਾਜ 'ਚ ਵਿਤਕਰਾ ਨਾ ਪੈਦਾ ਹੋ ਸਕੇ। ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਦੁਆ ਜੀ। ਦੁਆ ਜੀ ਨਾਲ ਗੱਲਬਾਤ ਕੀਤੀ, ਉਹਨਾਂ ਨੇ ਦੱਸਿਆ ਵੀ ਕਿ ਜਦੋਂ ਸ਼ੁਰੂਆਤ ਹੋਈ ਸੀ ਉਸ ਵੇਲੇ ਕਿਤੇ ਨਾ ਕਿਤੇ ਮਨਾਂ ਦੇ ਵਿੱਚ ਡਰ ਸੀ ਕਿ ਇਸ ਵਾਰ ਵੀ ਜਿਹੜਾ ਉਹਨਾਂ ਦਾ ਸੀਜ਼ਨ ਹੈ ਉਹ ਇਸੇ ਤਰ੍ਹਾਂ ਹੀ ਨਿਕਲ ਜਾਵੇ। ਪਰ ਜਿਸ ਤਰ੍ਹਾਂ ਟਾਈਮ ਪੈਂਦਾ ਗਿਆ, ਉਸੇ ਤਰ੍ਹਾਂ ਹੀ ਜਿਹੜਾ ਉਹਨਾਂ ਦਾ ਵਪਾਰ ਹੈ ਉਹ ਚੱਲਦਾ ਨਜ਼ਰ ਆ ਰਿਹਾ। ਉੱਥੇ ਇਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਅਫਵਾਹਾਂ ਹੈ ਉਹਨਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਨਹੀਂ ਹੈਗੀ। ਕੈਮਰਾਮੈਨ ਰੇਸ਼ਦ ਦੇ ਨਾਲ ਮਨਵੀਰ ਸੱਭਰਵਾਲ, ਫੈਕਟ ਨਿਊਜ਼, ਜਲੰਧਰ।